Subject RAC Lecture 12 and the topic Refrigerants Part 2। इस ਲੈਕਚਰ ਵਿੱਚ ਆਪਾਂ ਕੁਝ ਡਿਫਰੈਂਟ ਟਾਈਪਸ ਆਫ ਰੈਫ੍ਰੀਜਰੈਂਟਸ ਉਹਨਾਂ ਦੀ ਪ੍ਰੋਪਰਟੀਜ਼ ਐਂਡ ਉਹਨਾਂ ਦੇ ਯੂਜ਼ਸ ਬਾਰੇ ਗੱਲ ਕਰਾਂਗੇ ਕਿ ਕਿੱਥੇ ਯੂਜ਼ ਹੁੰਦੇ ਨੇ। ਤਾਂ ਸਭ ਤੋਂ ਪਹਿਲਾਂ R717 ਅਮੋਨੀਆ ਦੈਟ ਇਜ਼ NH3 ਇਹਦੀਆਂ ਪ੍ਰੋਪਰਟੀ ਦੇਖਾਂਗੇ। ਇਟਸ ਬੋਇਲਿੰਗ ਪੁਆਇੰਟ ਇਜ਼ -33.3 ਡਿਗਰੀ ਸੈਂਟੀਗ੍ਰੇਡ। ਅਮੋਨੀਆ ਦਾ ਜੋ ਬੋਇਲਿੰਗ ਪੁਆਇੰਟ ਆ ਉਹ -33 ਡਿਗਰੀ ਸੈਂਟੀਗ੍ਰੇਡ ਦੇ ਕਰੀਬ ਹੁੰਦਾ। ਕਿਸੇ ਵੀ ਰੈਫ੍ਰੀਜਰੈਂਟ ਲਈ ਉਹਦਾ ਬੋਇਲਿੰਗ ਪੁਆਇੰਟ ਜਿੰਨਾ ਹੋ ਸਕੇ ਘੱਟ ਹੋਣਾ ਚਾਹੀਦਾ। ਸਪੋਜ਼ ਆਪਾਂ 0 ਡਿਗਰੀ ਟੈਂਪਰੇਚਰ ਅਟੇਨ ਕਰਨਾ ਤਾਂ ਆਪਾਂ ਨੂੰ ਰੈਫ੍ਰੀਜਰੈਂਟ ਇੱਦਾਂ ਚਾਹੀਦਾ ਜਿਹਦਾ ਟੈਂਪਰੇਚਰ ਜਿਹਦਾ ਬੋਇਲਿੰਗ ਪੁਆਇੰਟ 0 ਤੋਂ ਕਾਫੀ ਘੱਟ ਹੋਵੇ। ਜਿਵੇਂ ਆਪਣੇ ਫਰਿੱਜ ਵਿੱਚ ਟੈਂਪਰੇਚਰ -15 -16 ਦੇ ਕਰੀਬ ਹੁੰਦਾ ਅਤੇ ਉਹਦੇ ਵਿੱਚ ਰੈਫ੍ਰੀਜਰੈਂਟ ਆਪਾਂ ਉਹ ਯੂਜ਼ ਕਰਾਂਗੇ ਜਿਹਦਾ ਟੈਂਪਰੇਚਰ ਬੋਇਲਿੰਗ ਪੁਆਇੰਟ -15 ਤੋਂ ਘੱਟ ਹੋਵੇ। ਸੋ ਅਮੋਨੀਆ ਦਾ ਕਾਫੀ ਘੱਟ ਟੈਂਪਰੇਚਰ -33 ਪੁਆਇੰਟ ਤੱਕ ਅਤੇ ਮੀਨ ਕਾਫੀ 0 ਤੋਂ ਬਿਲੋ ਆਪਾਂ ਟੈਂਪਰੇਚਰ ਅਟੇਨ ਕਰ ਸਕਦੇ ਹਾਂ ਇਹਦੇ ਨਾਲ। ਸੈਕਿੰਡ, ਇਟ ਹੈਜ਼ ਅ ਲੇਟੈਂਟ ਹੀਟ ਵੈਲਿਊ ਐਜ਼ 1315 ਕਿਲੋਜੂਲ ਪਰ kg ਐਟ -15 ਡਿਗਰੀ ਸੈਂਟੀਗ੍ਰੇਡ। ਲੇਟੈਂਟ ਹੀਟ ਉਹ ਹੁੰਦੀ ਹੈ ਜਿਹੜੀ ਕਿ ਕੋਈ ਰੈਫ੍ਰੀਜਰੈਂਟ ਐਬਜ਼ੋਰਬ ਕਰਦਾ ਫਰੋਮ ਫੇਜ਼ ਚੇਂਜ ਵੇਰੇ ਫਰੋਮ ਲਿਕੁਇਡ ਟੂ ਵੇਪਰ। ਇਹਨੂੰ ਬੋਲਦੇ ਹਾਂ ਲੇਟੈਂਟ ਹੀਟ ਆਫ ਵੇਪਰਾਈਜੇਸ਼ਨ। ਇਹ ਅਲੱਗ ਅਲੱਗ ਰੈਫ੍ਰੀਜਰੈਂਟ ਦੀ ਅਲੱਗ ਅਲੱਗ ਹੁੰਦੀ ਆ। ਅਮੋਨੀਆ ਦੀ ਹੈਗੀ ਆ 1315 ਮੀਨਸ 1 ਕਿਲੋ ਅਮੋਨੀਆ ਲਿਕੁਇਡ ਫਾਰਮ ਦੇ ਵਿੱਚ ਜਦੋਂ ਹੋਏਗਾ ਅਤੇ ਉਹ ਵੇਪਰ ਦੇ ਵਿੱਚ ਕਨਵਰਟ ਹੋਣ ਲਈ ਕਿੰਨੀ ਹੀਟ ਐਬਜ਼ੋਰਬ ਕਰੇਗਾ 1315 ਕਿਲੋ ਜੂਲ। ਇਹ ਜਿੰਨੀ ਵੱਧ ਹੋਈ ਹੀਟ ਐਬਜ਼ੋਰਬ ਕਰੇਗਾ ਉਨਾ ਹੀ ਆਪਣੇ ਲਈ ਇਹ ਵੱਧ ਫਾਇਦਾ ਹੈਗਾ, ਐਫੀਸ਼ੀਐਂਟ ਵੱਧ ਹੋਏਗਾ। ਨੈਕਸਟ, ਇਟ ਇਜ਼ ਕਲਰਲੈਸ। ਇਹਦਾ ਕੋਈ ਕਲਰ ਨਹੀਂ ਹੁੰਦਾ। ਇਟ ਡਜ਼ ਨਾਟ ਡਿਸਟਰੋਏ ਓਜ਼ੋਨ ਲੇਅਰ। ਕੁਛ ਰੈਫ੍ਰੀਜਰੈਂਟ ਨੇ ਜਿਹੜੇ ਫਰੀਓਨ ਨੇ ਉਹ ਓਜ਼ੋਨ ਲੇਅਰ ਨੂੰ ਜਦੋਂ ਲੀਕ ਹੋ ਜਾਂਦੇ ਨੇ ਤਾਂ ਓਜ਼ੋਨ ਲੇਅਰ ਨੂੰ ਡਿਸਟਰੋਏ ਕਰ ਦਿੰਦੇ ਨੇ, ਪਰ ਅਮੋਨੀਆ ਇੱਦਾਂ ਦਾ ਕੁਛ ਨਹੀਂ ਕਰਦਾ। ਇਟ ਹੈਜ਼ ਵੈਰੀ ਲੋ ਇਨੀਸ਼ੀਅਲ ਐਂਡ ਰਨਿੰਗ ਕੋਸਟ। ਅਮੋਨੀਆ ਦੀ ਕੋਸਟ ਬਹੁਤ ਘੱਟ ਆ। ਆਪਾਂ ਜਦੋਂ ਖਰੀਦਦੇ ਹਾਂ ਉਸ ਵਕਤ ਵੀ ਅਤੇ ਜਿਸ ਵਕਤ ਆਪਾਂ ਯੂਜ਼ ਕਰਦੇ ਹਾਂ ਉਦੋਂ ਵੀ ਇਹਦੀ ਪ੍ਰਾਈਸ ਬਹੁਤ ਘੱਟ ਆ। ਇਟਸ ਲੀਕੇਜ ਕੈਨ ਬੀ ਈਜ਼ਲੀ ਡਿਟੈਕਟ। ਅਗਰ ਕਿਤੋਂ ਲੀਕ ਹੋ ਜਾਵੇ ਬੜਾ ਸੌਖਾ ਇਹ ਲੱਭ ਜਾਂਦਾ। ਨੈਕਸਟ, ਇਹਦੀਆਂ ਡਿਸਐਡਵਾਂਟੇਜ ਤਾਂ ਸਭ ਤੋਂ ਇੰਨੀ ਜ਼ਿਆਦਾ ਅੱਛੀਆਂ ਐਡਵਾਂਟੇਜ ਹੋਣ ਦੇ ਬਾਵਜੂਦ ਆਪਾਂ ਇਹਨੂੰ ਘਰਾਂ 'ਚ ਯੂਜ਼ ਨਹੀਂ ਕਰਦੇ। ਅਤੇ ਸਭ ਤੋਂ ਵੱਡੀ ਪ੍ਰੋਪਰਟੀ ਇਟ ਇਜ਼ ਟੋਕਸਿਕ, ਫਲੇਮੇਬਲ ਐਂਡ ਫੂਡ ਸਪੋਇਲਰ। ਟੋਕਸਿਕ ਹੋਣ ਕਰਕੇ ਘਰਾਂ 'ਚ ਯੂਜ਼ ਨਹੀਂ ਕੀਤਾ ਜਾਂਦਾ ਫਰਿੱਜ, AC ਜਾਂ ਆਪਣੇ ਵਾਟਰ ਕੂਲਰ ਦੇ ਵਿੱਚ। ਅਤੇ ਫੂਡ ਵੀ ਸਪੋਇਲ ਕਰਦਾ। ਇਟ ਅਟੈਕਸ ਕਾਪਰ, ਸੋ ਫਾਰ ਦਿਸ ਸਟੀਲ ਟਿਊਬਸ ਆਰ ਯੂਜ਼ਡ ਫਾਰ ਦਿਸ ਰੈਫ੍ਰੀਜਰੈਂਟ। ਇਹ ਜਿੱਥੇ ਵੀ ਰੈਫ੍ਰੀਜਰੈਂਟ ਇਹ ਯੂਜ਼ ਆਮ ਕਰਕੇ ਆਪਣੇ ਜੋ ਫਰਿੱਜ AC ਨੇ ਉਹਦੀਆਂ ਟਿਊਬਾਂ ਨੇ ਪਾਈਪਾਂ ਕਾਪਰ ਦੀਆਂ ਹੁੰਦੀਆਂ ਨੇ, ਪਰ ਅਮੋਨੀਆ ਕਾਪਰ ਨੂੰ ਅਟੈਕ ਕਰਦਾ। ਇਸ ਕਰਕੇ ਜਿੱਥੇ ਯੂਜ਼ ਕੀਤਾ ਜਾਂਦਾ ਉੱਥੇ ਟਿਊਬਾਂ ਸਟੀਲ ਦੀਆਂ ਯੂਜ਼ ਕੀਤੀਆਂ ਜਾਂਦੀਆਂ ਨੇ। ਹੁਣ ਇਹ ਯੂਜ਼ ਕਿੱਥੇ ਹੁੰਦਾ? ਇਟ ਇਜ਼ ਯੂਜ਼ਡ ਇਨ ਆਈਸ ਪਲਾਂਟ, ਕੋਲਡ ਸਟੋਰੇਜ, ਵੇਅਰ ਹਾਊਸਿਸ। ਜਿੱਥੇ ਆਈਸ ਪਲਾਂਟ ਨੇ ਉੱਥੇ ਅਕਸਰ ਅਮੋਨੀਆ ਯੂਜ਼ ਹੁੰਦਾ। ਕੋਲਡ ਸਟੋਰੇਜ ਦੇ ਵਿੱਚ ਵੀ ਅਮੋਨੀਆ ਹੀ ਯੂਜ਼ ਹੁੰਦਾ। ਅਤੇ ਵੇਪਰ ਕੰਪਰੈਸ਼ਨ ਰੈਫ੍ਰੀਜਰੈਂਟ ਯੂਨਿਟਸ ਦੇ ਵਿੱਚ ਕੰਪਰੈਸ਼ਨ ਨਹੀਂ, ਵੇਪਰ ਐਬਜ਼ੋਰਪਸ਼ਨ ਲਿਖਣਾ ਸੀ ਇੱਥੇ। ਵੇਪਰ ਐਬਜ਼ੋਰਪਸ਼ਨ ਰੈਫ੍ਰੀਜਰੇਸ਼ਨ ਯੂਨਿਟ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਨੈਕਸਟ ਆ ਗਿਆ R12 ਜਿਹਨੂੰ ਕਿ ਫਰੀਓਨ 12 ਵੀ ਬੋਲਦੇ ਹਾਂ। ਇਹਦਾ ਕੈਮੀਕਲ ਫਾਰਮੂਲਾ ਲਿਖਿਆ ਹੋਇਆ। ਇਹਦੀਆਂ ਪ੍ਰੋਪਰਟੀਜ਼, ਇਸ ਬੋਇਲਿੰਗ ਪੁਆਇੰਟ ਇਜ਼ -29 ਡਿਗਰੀ ਸੈਂਟੀਗ੍ਰੇਡ, ਵੈਰੀ ਗੁੱਡ। ਲੇਟੈਂਟ ਹੀਟ ਐਟ -15 ਡਿਗਰੀ ਸੈਂਟੀਗ੍ਰੇਡ ਇਜ਼ 160 ਕਿਲੋ ਜੂਲ ਪਰ kg। ਇਹਦੀ ਵੀ ਲੇਟੈਂਟ ਹੀਟ ਐਬਜ਼ੋਰਬ ਕਰਨ ਕਾਫੀ ਅੱਛੀ ਹੈ, ਪਰ ਅਮੋਨੀਆ ਦੇ ਕੰਪੈਰੇਟਿਵਲੀ ਕਾਫੀ ਘੱਟ ਹੈ, ਪਰ ਫਿਰ ਵੀ ਕਾਫੀ ਅੱਛੀ ਹੈ। ਇਟ ਇਜ਼ ਕਲਰਲੈਸ, ਓਡਰਲੈਸ, ਨਾਨ ਟੋਕਸਿਕ ਐਂਡ ਨਾਨ ਫਲੇਮੇਬਲ। ਇਹ ਦੋਨੋਂ ਪ੍ਰੋਪਰਟੀਆਂ ਕਾਫੀ ਅੱਛੀਆਂ ਨੇ, ਇਸ ਲਈ ਆਪਾਂ ਆਮ ਯੂਜ਼ ਕੀਤਾ ਜਾਂਦਾ ਘਰਾਂ 'ਚ। ਇਟਸ ਲੀਕੇਜ ਕੈਨ ਬੀ ਡਿਟੈਕਟਡ ਬਾਏ ਸੋਪ ਸੋਲੂਸ਼ਨ, ਹੈਲਾਈਟ ਟਾਰਚ ਐਂਡ ਇਲੈਕਟ੍ਰੋਨਿਕ ਲੀਕ ਡਿਟੈਕਟਰ। ਇਹਦੇ ਕਿਸੇ ਪਾਸੇ ਲੀਕ ਹੋ ਜਾਵੇ ਤਾਂ ਇਹਨਾਂ ਤਿੰਨਾਂ ਨਾਲ ਆਪਾਂ ਡਿਟੈਕਟ ਕਰ ਸਕਦੇ ਹਾਂ। ਸੋਪ ਸੋਲੂਸ਼ਨ ਦੇ ਨਾਲ ਜਿੱਥੇ ਆਪਾਂ ਨੂੰ ਸ਼ੱਕ ਆ ਉੱਥੇ ਲਗਾ ਦਿਓ ਪਾਣੀ ਦੇ ਵਿੱਚ ਸਾਬਣ ਘੋਲ ਕੇ, ਤਾਂ ਉੱਥੇ ਬਬਲਿੰਗ ਹੋਣ ਲੱਗ ਜਾਂਦੀ ਜਿੱਥੋਂ ਲੀਕੇਜ ਹੋਏਗੀ। ਹੁਣ ਇਹਦਾ ਡਿਸਐਡਵਾਂਟੇਜ, ਲੇਟੈਂਟ ਹੀਟ ਇਜ਼ ਕੰਪੈਰੇਟਿਵ ਲੈਸ ਕੋਸਟਲੀਅਰ ਦੈਨ ਅਮੋਨੀਆ। ਅਮੋਨੀਆ ਤੋਂ ਕਾਫੀ ਮਹਿੰਗਾ। ਇਹਦਾ ਰੈਫ੍ਰੀਜਰੇਸ਼ਨ ਇਫੈਕਟ ਵੀ ਘੱਟ ਹੈ ਬਿਕੋਜ਼ ਲੇਟੈਂਟ ਹੀਟ ਘੱਟ ਹੈ। ਇਟ ਕੈਨ ਕੋਜ਼ ਓਜ਼ੋਨ ਡਿਪਲੀਸ਼ਨ ਐਂਡ ਗਲੋਬਲ ਵਾਰਮਿੰਗ। ਇਹ ਦੋਨਾਂ ਲਈ ਇਨਵਾਇਰਮੈਂਟ ਲਈ ਇਹ ਫਰੈਂਡਲੀ ਨਹੀਂ ਹੈਗਾ। ਯੂਜ਼ਡ ਇਨ ਇਟ ਇਜ਼ ਵਾਈਡਲੀ ਯੂਜ਼ਡ ਇਨ ਡੋਮੈਸਟਿਕ ਏਅਰ ਕੰਡੀਸ਼ਨਰ ਐਂਡ ਵਾਟਰ ਕੂਲਰ। ਜੋ ਤੁਹਾਡੇ ਘਰਾਂ 'ਚ AC ਲੱਗੇ ਹੋਏ ਨੇ ਉਹਨਾਂ ਵਿੱਚ R12 ਹੀ ਯੂਜ਼ ਹੁੰਦਾ ਮੋਸਟਲੀ। ਇਟ ਕੈਨ ਆਲਸੋ ਬੀ ਯੂਜ਼ਡ ਇਨ ਫੂਡ ਐਂਡ ਆਈਸ ਕ੍ਰੀਮ ਕੈਬਨਿਟ, ਆਲਸੋ ਯੂਜ਼ਡ ਇਨ ਆਟੋਮੋਬਾਈਲ ਏਅਰ ਕੰਡੀਸ਼ਨਿੰਗ। ਨੈਕਸਟ ਆ ਗਿਆ R22 ਜਿਹਨੂੰ ਬੋਲਦੇ ਹਾਂ ਫਰੀਓਨ 22। ਇਹਦੀਆਂ ਪ੍ਰੋਪਰਟੀ ਦੇਖੋ। ਇਟ ਇਜ਼ ਕਲਰਲੈਸ ਐਂਡ ਓਡਰਲੈਸ। ਇਟ ਇਜ਼ ਨਾਨ ਟੋਕਸਿਕ ਐਂਡ ਨਾਨ ਫਲੇਮੇਬਲ। ਇਟ ਇਜ਼ ਬੋਇਲਿੰਗ ਪੁਆਇੰਟ ਇਜ਼ -41 ਡਿਗਰੀ ਸੈਂਟੀਗ੍ਰੇਡ, ਜੋ ਕਿ ਉਸ ਤੋਂ ਪਹਿਲੇ ਨਾਲ ਵੀ ਕਾਫੀ ਅੱਛਾ। ਇਟਸ ਲੇਟਿੰਗ ਹੀਟ ਐਟ -15 ਇਜ਼ 217
दैट इज़ 217 किलो जूल पर kg। 1 किलो रेफ्रिजरेंट वेपर बनने वेले इन्नी हीट एब्जॉर्ब कर लेगा। इट्स लीकेज कैन बी डिटेक्टेड विद सोप सोल्यूशन। डिसएडवांटेज किन्ने दियां, वाटर इज मोर सोलूबल इन दिस रेफ्रिजरेंट, ये वाटर ज़्यादा घुलने के चांस ने। ऑल सैपरेटर मस्ट बी यूज वैन यूजिंग दिस फ्लड टाइप एवेपोरेटर। अगर आप फ्लड टाइप एवेपोरेटर यूज़ करते हैं इस रेफ्रिजरेंट वास्ते तो उत्थे आपां नूं ऑल सैपरेटर यूज़ करने पैणगे। इट इज़ कंपैरेटिवली कॉस्टली। Use it is widely used in domestic air conditioner, water cooler. It is also used in fast freezing units where -40 temperature is required। ਹੁਣ -40 ਟੈਂਪਰੇਚਰ ਉਹੀ ਰੈਫਰੀਜਰੈਂਟ ਪ੍ਰੋਡਿਊਸ ਕਰ ਸਕਦਾ ਜਿਸ ਦਾ ਆਪ ਦਾ ਬੋਇਲਿੰਗ ਪੁਆਇੰਟ -40 ਤੋਂ ਘੱਟ ਹੋਵੇਗਾ। ਹੁਣ ਇਹਦਾ -41 ਸੀਗਾ, ਇਹ ਅਚੀਵ ਕਰ ਸਕਦਾ। ਅਮੋਨੀਆ ਜਾਂ ਆਪਾਂ ਫਰੀਓਨ 12 ਨਾਲ ਨਹੀਂ ਕਰ ਸਕਦੇ। ਨੈਕਸਟ R134A, ਇਹ ਉਹ ਰੈਫਰੀਜਰੈਂਟ ਆ ਜਿਹੜਾ ਆਪਣੇ ਫਰਿੱਜ ਵਿੱਚ ਯੂਜ਼ ਹੁੰਦਾ। ਪ੍ਰੋਪਰਟੀਜ਼ ਬੋਇਲਿੰਗ ਪੁਆਇੰਟ ਇਜ਼ -26 ਸੈਂਟੀਗ੍ਰੇਡ। ਹੁਣ ਫਰਿੱਜ ਵਿੱਚ ਜਿਹੜਾ ਯੂਜ਼ ਹੁੰਦਾ ਟੈਂਪਰੇਚਰ ਆਪਾਂ ਨੂੰ ਚਾਹੀਦਾ ਹੁੰਦਾ ਉਹ -10 -15 ਚਾਹੀਦਾ ਨੇ, ਇਹ ਤਾਂ ਇਹਦਾ -26 ਹੁੰਦਾ ਬੋਇਲਿੰਗ ਪੁਆਇੰਟ, ਮਤਲਬ ਕਾਫੀ ਅੱਛਾ ਹੈ ਆਪਣੇ ਲਈ। ਲੇਟੈਡ ਹੀਟ ਆਫ वेपराइजेशन एट -15 सेंटीग्रेड इज़ 205 किलो जूल पर kg। इट इज़ ईको फ्रेंडली एंड डजंट हार्म ओजोन लेयर। इट इज़ ईजली अवेलेबल। यूज़ ਹੁੰਦਾ है अपने डोमैसटिक रैफ्रिजरेटर ਦੇ ਵਿੱਚ। नैक्सट 744 ਜਿਹਨੂੰ ਕਾਰਬਨ ਡਾਈਆਕਸਾਈਡ ਬੋਲਦੇ ਆ। CO2 ਦਾ ਫਾਰਮੂਲਾ ਹੈਗਾ। C ਦਾ 14 ਹੁੰਦਾ ਮੋਲੀਕੂਲਰ ਵੇਟ, O ਦਾ 16 × 2 32 + 12 44। ਹੁਣ ਇਹ ਪ੍ਰੋਪਰਟੀਜ਼, ਇਟਸ ਬੋਇਲਿੰਗ ਪੁਆਇੰਟ ਇਜ਼ -38.5 सेंटीग्रेड, बहुत मिनिमम। लेटेंट हीट इज 273 किलो जूल पर kg। इट इज़ कलरलैस, ओडरलैस एंड नॉन टॉक्सिक। इट इज़ नॉन फ्लेमेबल एंड नॉन एक्सप्लोजिव। इट हैज़ हाई वेपर डेंसिटी, सो कंप्रैसर साइज स्मॉल। छोटा कंप्रैसर आप यूज़ कर सकते हैं बिकॉज ये थोड़ा डेंस होंगे। हुण इहदे डिसएडवांटेज की ने, हाई ऑपरेटिंग प्रैशर, सो इट नीड्स हैवी पाइपिंग। ਇਹਦਾ ਪ੍ਰੈਸ਼ਰ, ਵਰਕਿੰਗ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਅਤੇ ਆਪਾਂ ਨੂੰ ਪਾਈਪਾਂ ਥੋੜ੍ਹੀਆਂ ਮੋਟੀਆਂ ਲਾਉਣੀਆਂ ਪੈਂਦੀਆਂ ਨੇ। ਇਟ ਹੈਜ਼ ਹਾਈ ਪਾਵਰ ਰਿਕੁਆਇਰਮੈਂਟ ਪਰ ਯੂਨਿਟ ਟਨ। ਕੰਪਰੈਸਰ ਵੱਡਾ ਹੋਣ ਕਰਕੇ ਪਾਵਰ ਵੀ ਵੱਧ ਖਿੱਚੇਗਾ, ਤਾਂ ਕਰਕੇ ਆਪਣੀ ਜੋ ਇਲੈਕਟ੍ਰੀਸਿਟੀ ਦੀ ਕੰਜ਼ੰਪਸ਼ਨ ਵੀ ਜ਼ਿਆਦਾ ਹੋਏਗੀ। ਇਟ ਰਿਕੁਆਇਰ ਲੋ ਟੈਂਪਰੇਚਰ ਕੂਲੈਂਟ ਫਾਰ ਕੰਡੈਂਸੇਸ਼ਨ। ਜਦੋਂ ਇਹਦੀ ਕੰਡੈਂਸੇਸ਼ਨ ਕਰਨੀ ਹੈ ਤਾਂ ਉੱਥੇ ਟੈਂਪਰੇਚਰ ਬਹੁਤ ਘੱਟ ਹੋਣਾ ਚਾਹੀਦਾ। ਹੁਣ ਇਹਦੇ ਐਪਲੀਕੇਸ਼ਨ ਕੀ ਨੇ? ਇਟ ਇਜ਼ ਮੇਨਲੀ ਯੂਜ਼ਡ ਇਨ ਇੰਡਸਟਰੀਅਲ ਐਪਲੀਕੇਸ਼ਨ। ਘਰਾਂ 'ਚ ਨਹੀਂ ਯੂਜ਼ ਕਰ ਸਕਦੇ ਬਿਕੋਜ਼ ਇਹ ਬਹੁਤ ਕੋਸਟਲੀ ਪੈਂਦਾ। इन द पास्ट इट वाज यूजड इन मरीन सर्विसिज, पहले यूज होंदा सी, हुण नहीं होंदा। नैक्सट R502, इसकी प्रॉपर्टी देखो। बॉइलिंग पॉइंट -46 सेंटीग्रेड, अगेन वेरी गुड। लेटेंट हीट 169 किलो जूल पर kg, ये थोड़ी घट है। इट इज़ फ्लेमेबल एंड नॉन टॉक्सिक। फ्लेमेबल है बट टॉक्सिक नहीं है। नॉन कोरोसिवनेस। इट रिक्वायर लैस पावर इनपुट। लीकेज कैन बी डिटेक्टेड बाय अगेन सोप सोल्यूशन, हाईलाइट टॉर्च एंड इलैक्ट्रॉनिक लीक डिटेक्टर। ਹੁਣ ਦੇਖੋ ਜੀ ਡਿਸਐਡਵਾਂਟੇਜ। ਬਿਲੋ 80 ਸੈਂਟੀਗ੍ਰੇਡ ਆਲ ਡੀਕੰਪੋਜੀਸ਼ਨ ਟੇਕਸ ਪਲੇਸ। 80 ਤੋਂ ਘੱਟ ਦੀ ਆਲ ਡੀਕੰਪੋਜੀਸ਼ਨ ਹੋਣ ਲੱਗ ਜਾਂਦੀ ਹੈ। ਹਾਈ ਡਿਸਚਾਰਜ ਟੈਂਪਰੇਚਰ ਮੇ ਇਫੈਕਟ ਇੰਸੂਲੇਸ਼ਨ ਇਨ ਮੋਟਰ ਐਂਡ ਮੇ ਕੌਜ਼ ਸ਼ਾਰਟ ਸਰਕਿਟ। ਜੋ ਉਹਦਾ ਡਿਸਚਾਰਜ ਟੈਂਪਰੇਚਰ ਬਹੁਤ ਜ਼ਿਆਦਾ ਹੁੰਦਾ, ਇਹਦੇ ਕਰਕੇ ਜੋ ਉਹਦੀ ਇੰਸੂਲੇਸ਼ਨ ਖਰਾਬ ਹੋ ਸਕਦੀ ਹੈ ਅਤੇ ਸ਼ਾਰਟ ਸਰਕਿਟ ਹੋ ਸਕਦਾ ਮੋਟਰ ਦੇ ਵਿੱਚ, ਕੰਪਰੈਸਰ ਦੀ ਮੋਟਰ ਦੇ ਵਿੱਚ। ਇਟ ਹੋਲਡਸ ਅਬਾਊਟ 50% ਮੋਰ ਮੋਇਸਚਰ ਦੈਨ R12। ਇੱਕ ਇਹ ਵੀ ਇਹਦਾ ਨੁਕਸਾਨ ਹੈਗਾ ਕਿਉਂਕਿ ਮੋਇਸਚਰ ਨੂੰ ਹੋਲਡ ਵੱਧ ਕਰਦਾ ਹੈ। ਹੁਣ ਇਹਦੀ ਐਪਲੀਕੇਸ਼ਨ ਕਿੱਥੇ ਯੂਜ਼ ਹੁੰਦਾ? ਇਟ ਇਜ਼ ਪ੍ਰੈਫਰਡ ਫਾਰ -15 ਟੂ -50 ਸੈਂਟੀਗ੍ਰੇਡ, ਜਿੱਥੇ ਟੈਂਪਰੇਚਰ ਇੰਨਾ ਅਟੇਨ ਕਰਨਾ ਹੋਵੇ ਉੱਥੇ ਯੂਜ਼ ਹੁੰਦਾ। ਇਟ ਇਜ਼ ਯੂਜ਼ਡ ਇਨ ਫਰੋਜ਼ਨ ਫੂਡ ਪ੍ਰੋਸੈਸਿੰਗ ਪਲਾਂਟਸ, ਜਿੱਥੇ ਟੈਂਪਰੇਚਰ ਬਹੁਤ ਘੱਟ ਚਾਹੀਦਾ ਆਪਾਂ ਨੂੰ। ਅਗੇਨ ਇਟ ਇਜ਼ ਯੂਜ਼ਡ ਫॉर ਫਰੋਜ਼ਨ ਫੂਡਸ ਐਂਡ ਆਈਸ ਕ੍ਰੀਮ। ਸੋ ਇਹ ਕੁਛ ਰੈਫਰੀਜਰੈਂਟਸ ਨੇ ਆਪਣੇ।